आए प्रभ शरणागति, कृपा निध दयाल। एक अखर हर मन बस्त, नानक होत निहाल। सन्मान योग गुरु की साजी हुई गुरु प्यारी संगत जी, बड़े भाग हन साडे वाहिगुरु जी दे सोहणे चरणां दा आनंद मानण दा ऐसा सुभाग भरिया समा वाहिगुरु जी ने सानू बख्शिया है। ये वड्डे भागां दी निशानी है। सो गुरबाणी दी विचार, तुरकी बाणी दी विचार दी आरंभता तो प्रथम सिनिमर फतेह प्रवान करनी जी। वाहिगुरु जी का खालसा, वाहिगुरु जी की फतेह। अज दा जो पावन बचन है वो श्री गुरु अर्जन देव जी महाराज उन्हां दी रसना तो गायन किया होया है, जो कि टोडी राग दे विच 711 अंग तो आरंभ होकर 712 अंग ते इसकी संपूर्णता हो जाती है। गुरु अर्जन देव जी महाराज इस शब्द के अंदर फरमाउंदे ने, टोडी महला पंजवा, हर बिसरत सदा खुआरी। हर बिसरत सदा खुआरी। संगत जी, गुरु साहिब जी दसदे ने सानू कि प्रभु नूं भुला के, वाहिगुरु नूं विसार के, पल पल बंदे नूं मन दे तल ते बोझ लैके जिंदगी कढ़नी पैंदी आ ते वो खुआर हुंदा, उहदी जिंदगी तबाह हो जाती आ। ताको धोखा कहाँ व्यापै, जाको ओट तुहारी। ताको धोखा कहाँ व्यापै, उस बंदे नूं कदे भी धोखा, विकार जिहड़े आ धोखे च नहीं पा सकते। उस बंदे नूं माड़ियां आदतां भरमा नहीं सकदियां। जाको ओट तुहारी, जिहड़ा वाहिगुरु जी की बाणी नूं समझण लग जावे, जिहड़ा गुरु दा बन के रहे, फिर उहनूं ये चीज़ां छो नहीं सकदियां, पो नहीं सकदियां। भगत कबीर जी का बहुत सुंदर बचन है। संगत जी फरमाउंदे ने, कबीर हर का सिमरन छाड़ कै, पालियो बहुत कुटुंब, धंधा करता रह गया, भाई रहिया ना बंद। दुनिया विच बहुत ऐसे लोग ने जो हर का सिमरन छाड़ के, जो हरी दे सिमरन नूं छड्ड के, पालिओ बहुत कुटुंब। कुटुंब कहंदे आ परिवार नूं, जो सिर्फ परिवार पालण विच लगे हुए आ। हर का सिमरन छाड़ के, पालिओ बहुत कुटुंब।
ਧੰਦਾ ਕਰਤਾ ਰਹਿ ਗਿਆ, ਭਾਈ ਰਹਿਆ ਨਾ ਬੰਦ। ਫਿਰ ਐਸੇ ਬੰਦੇ ਸਿਰਫ ਧੰਦੇ ਕਰਦੇ ਹੀ ਜਨਮ ਗਵਾਉਂਦੇ ਆ, ਸੁਖ ਦਾਤੇ ਨੂੰ ਮਨ 'ਚ ਨਹੀਂ ਵਸਾਉਂਦੇ। ਫਿਰ ਸੁੱਖ ਕਿੱਦਾਂ ਮਿਲੇਗਾ? ਭਾਈ ਰਹਿਆ ਨਾ ਬੰਦ। ਫਿਰ ਭਾਈ, ਰਿਸ਼ਤੇਦਾਰ, ਪਰਿਵਾਰ, ਉਹ ਵੀ ਫਿਰ ਮਦਦਗਾਰ ਨਹੀਂ ਬਣ ਸਕਦੇ ਨਾ। ਜਿੱਥੇ ਸਿਰਫ ਬਾਣੀ ਨੇ ਕੰਮ ਆਉਣਾ, ਉਹ ਉੱਥੇ ਨਹੀਂ ਉਹ ਕੰਮ ਆ ਸਕਦੇ। ਸਿਮਰਨ ਨੇ ਜਿੱਥੇ ਕੰਮ ਆਉਣਾ ਸੀ, ਕਮਾਈ ਨੇ ਬੰਦੇ ਦੀ ਨੇ, ਕਰ ਲੈ ਨੇਕ ਕਮਾਈ ਬੰਦਿਆ, ਕਰ ਲੈ ਨੇਕ ਕਮਾਈ। ਨਾ ਕੋਈ ਇੱਥੇ ਸੰਗੀ ਸਾਥੀ, ਨਾ ਕੋਈ ਭੈਣ ਨਾ ਭਾਈ, ਕਰ ਲੈ ਨੇਕ ਕਮਾਈ ਬੰਦਿਆ, ਕਰ ਲੈ ਨੇਕ ਕਮਾਈ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਬਿਨਾਂ ਸਿਮਰਨ ਤੋਂ ਬੰਦੇ ਦਾ ਜੀਵਨ ਸੱਪ ਜੈਸਾ ਹੁੰਦਾ ਹੈ, ਬਿੱਛੂ ਜੈਸਾ ਹੁੰਦਾ, ਅਜਗਰ ਜੈਸਾ ਹੁੰਦਾ। ਫਨੀਅਰ ਜੋ ਸੱਪ ਆ ਜ਼ਹਿਰੀਲੇ, ਉਹਨਾਂ ਜੈਸਾ ਹੁੰਦਾ ਹੈ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਜੇ ਕੋਈ ਧਰਤੀ ਦੇ 9 ਟੁਕੜੇ 9 ਹਿੱਸੇ ਵੀ ਜਿੱਤ ਲਵੇ, ਰਾਜ ਭਾਗ ਵੀ ਚੰਗਾ ਹੋਵੇ, ਪਰ ਜੇ ਉਹ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਅੰਤਲੇ ਸਮੇਂ ਉਹਨੂੰ ਵੀ ਨਾਂਗੇ ਪਾਉ ਤੇ ਗਏ ਜਿਨਕੇ ਲੱਖ ਕਰੋੜ। ਨੰਗੇ ਪੈਰੀਂ ਖਾਲੀ ਹੱਥ ਉਹਨਾਂ ਨੂੰ ਜਾਣਾ ਪੈਂਦਾ, ਕਰੋੜ ਰੁਪਈਆਂ ਵਾਲਿਆਂ ਨੂੰ ਵੀ। ਅੰਤ ਚੱਲੇ ਗੁਹਾਰੀ, ਹਾਰ ਕੇ ਜੀਵਨ ਜੂਏ ਦੇ ਵਿੱਚੋਂ ਜਾਂਦੇ ਆ। ਤਾਂ ਗੁਰੂ ਅਰਜਨ ਦੇਵ ਜੀ ਜੋ ਕਹਿ ਰਹੇ ਆ, ਦਰਅਸਲ ਉਹ ਇਹ ਆ, ਤੁਸੀਂ ਇਸ ਗੱਲ ਨੂੰ ਪਤਾ ਨਹੀਂ ਕਿਸ ਤਰ੍ਹਾਂ ਸਮਝੋਗੇ, ਜਾਂ ਹਰ ਬੰਦੇ ਦੀ ਆਪਣੀ ਭਾਵਨਾ ਹੁੰਦੀ ਆ। ਕਈ ਕਿਤਾਬਾਂ ਲਿਖੀਆਂ ਜਾਂਦੀਆਂ ਨੇ, ਲਿਖਣ ਵਾਲਾ ਆਪਦੇ ਹਿਸਾਬ ਨਾਲ ਕਹਿੰਦਾ, ਪੜ੍ਹਨ ਵਾਲੇ ਉਹਦੇ ਅਰਥ ਆਪਦੇ ਹਿਸਾਬ ਨਾਲ ਕੱਢ ਲੈਂਦੇ ਆ, ਆਪਣੇ ਮੁਤਾਬਕ। ਕਹਿਣ ਵਾਲਾ ਗੱਲ ਆਪਣੇ ਢੰਗ ਨਾਲ ਕਹਿੰਦਾ, ਸਮਝਣ ਵਾਲਾ ਆਪਦੀ ਮੱਤ ਨਾਲ ਸਮਝ ਲੈਂਦਾ। ਕਈ ਵਾਰ ਇਵੇਂ ਹੋ ਜਾਂਦਾ, ਗੁਰੂ ਕੁਝ ਕਹਿੰਦਾ ਹੈ, ਸਾਨੂੰ ਕੁਝ ਹੋਰ ਹੀ ਸੁਣ ਪੈਂਦਾ, ਕਿਉਂਕਿ ਕੰਨਾਂ 'ਤੇ ਪਰਦੇ ਜ਼ਿਆਦਾ ਨੇ। ਗੁਰੂ ਕੁਝ ਹੋਰ ਦਿਖਾਉਣਾ ਚਾਹੁੰਦਾ, ਸਭ ਮੈਂ ਜੋਤ ਜੋਤ ਹੈ ਸੋਏ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਅਸੀਂ ਕੁਝ ਹੋਰ ਵੇਖ ਲੈਂਦੇ ਹਾਂ। ਜਿਹੜਾ ਵਾਹਿਗੁਰੂ ਦੀ ਬਾਣੀ ਆ, ਪਾਠ ਕਰਨਾ ਹੈ, ਗੁਰਦੁਆਰੇ ਆਉਣਾ ਹੈ, ਸਿਮਰਨ ਕਰਨਾ ਵਾ। ਜਿਹੜਾ ਬੰਦਾ ਕੋਈ ਇੱਛਾ ਰੱਖ ਕੇ ਬਾਣੀ ਪੜ੍ਹਦਾ, ਉਹਦੇ ਵਰਗਾ ਕੋਈ ਮੂਰਖ ਨਹੀਂ ਹੈਗਾ। ਦੁਬਾਰਾ ਫਿਰ ਦੁਹਰਾ ਦਈਏ, ਜੇ ਤੁਸੀਂ ਇਹ ਕਹਿੰਦੇ ਹੋ ਮੈਂ ਇੰਨੇ ਦਿਨ ਗੁਰਦੁਆਰੇ ਆਵਾਂਗਾ, ਗੁਰੂ ਤੂੰ ਮੈਨੂੰ ਇਹ ਦੇ ਦੇਵੀਂ, ਤੁਹਾਡੇ ਤੋਂ ਵੱਡਾ ਕੋਈ ਮੂਰਖ ਨਹੀਂ ਹੋ ਸਕਦਾ। ਤੁਸੀਂ ਗੁਰੂ ਨਾਲ ਇੱਕ ਵਪਾਰ ਕਰ ਰਹੇ ਹੋ। ਮੈਂ ਇਹ ਇੱਛਾ ਰੱਖ ਕੇ ਇੰਨੇ ਪਾਠ ਜਪਜੀ ਸਾਹਿਬ ਦੇ ਕਰਾਂਗਾ, ਸੁਖਮਨੀ ਸਾਹਿਬ ਦੇ ਇੰਨੇ ਪਾਠ ਕਰਾਂਗਾ, ਮੇਰੀ ਫਲਾਣੀ ਇੱਛਾ ਹੈ, ਪੂਰੀ ਕਰ ਦੇ। ਤੁਹਾਡੇ ਤੋਂ ਮੂੜ ਬੰਦਾ ਨਹੀਂ ਕੋਈ ਹੋਵੇਗਾ ਦੁਨੀਆ ਵਿੱਚ ਜੋ ਗੁਰੂ ਨੂੰ ਇੱਦਾਂ ਕਹਿ ਰਿਹਾ। ਇੱਦਾਂ ਦੀ ਬਾਣੀ ਜਿਹੜੀ ਪੜ੍ਹਨੀ ਆ, ਇੱਛਾ ਰੱਖ ਕੇ ਗੁਰੂ ਦੇ ਅੱਗੇ, ਉਹ ਚੰਗੀ ਗੱਲ ਨਹੀਂ ਕੋਈ। ਗੁਰੂ ਸਾਹਿਬ ਜੀ ਜੋ ਕਹਿੰਦੇ ਆ, ਇਹ ਬਹੁਤ ਉੱਚੀਆਂ ਡੂੰਘੀਆਂ ਗੈਰ ਗੰਭੀਰ ਗੱਲਾਂ ਨੇ। ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨੀ ਚਾਹੀਦੀ ਆ, ਬਸ ਤੇਰੇ ਪਿਆਰ ਵਿੱਚ ਗੁਰਦੁਆਰੇ ਆਉਣਾ ਚਾਹੀਦਾ, ਬਸ ਤੇਰੇ ਪਿਆਰ ਵਿੱਚ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ। ਜੇ ਭੁੱਖ ਦੇ
ਤਾਂ ਇਤਿ ਰਾਜਾ ਦੁੱਖ ਵਿੱਚ ਸੂਖ ਮਨਾਈ। ਗੁਰੂ ਦੀ ਬਾਣੀ ਕੋਈ ਇੱਛਾ ਰੱਖ ਕੇ ਨਹੀਂ ਪੜ੍ਹਨੀ ਚਾਹੀਦੀ, ਸਿਮਰਨ ਕੋਈ ਇੱਛਾ ਰੱਖ ਕੇ ਨਹੀਂ ਪੜ੍ਹਨਾ ਚਾਹੀਦਾ। ਇੱਛਾਵਾਂ ਹੀ ਬੰਦੇ ਨੂੰ ਵਾਰ-ਵਾਰ ਜਨਮ ਲੈਣ 'ਤੇ ਮਜਬੂਰ ਕਰਦੀਆਂ। ਇੱਛਾਵਾਂ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆ, ਕਹਿੰਦੇ ਆਸਾ ਵਿੱਚ ਅਤ ਦੁੱਖ ਘਣਾ, ਮਨ ਮੁਖ ਚਿਤ ਲਾਇਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਉਹ ਮੂਰਖ ਬੰਦੇ ਆ ਜਿਹੜੇ ਇੱਛਾ ਰੱਖ ਕੇ ਬਾਣੀ ਪੜ੍ਹਦੇ ਆ, ਮਨਮੁਖ ਨੇ ਉਹ ਬੰਦੇ ਮਨਮੁਖ ਆ। ਸਿਮਰਨ ਕਰਨ ਲੱਗਿਆ ਮੈਂ ਇੰਨਾ ਸਿਮਰਨ ਕਰੂੰਗਾ, ਤੂੰ ਮੈਨੂੰ ਆਹ ਦੇ ਦੇਵੀਂ ਵਾਹਿਗੁਰੂ, ਲੋਗਣ ਰਾਮ ਖਿਲਾਉਣਾ ਜਾਨਾ। ਰੱਬ ਨੂੰ ਬੱਚਿਆਂ ਵਾਰੀ ਖੇਡ ਜਿਹੜੀ ਆ ਉਹ ਸਮਝਿਆ ਹੋਇਆ। ਅਸਲ ਬੰਦਗੀ ਉਹਦੀ ਮੰਨੀ ਜਾਊਗੀ ਜਿਹੜਾ ਬਿਨਾਂ ਕਿਸੇ ਇੱਛਾ ਤੋਂ ਬੰਦਗੀ ਕਰਦਾ, ਜਿਹਦੇ ਅੰਦਰ ਕੋਈ ਵੀ ਇੱਛਾ ਨਹੀਂ ਹੈਗੀ, ਬਸ ਉਹ ਬਾਣੀ ਪੜ੍ਹਦਾ ਹੈ, ਬਸ ਉਹ ਸਿਮਰਨ ਕਰਦਾ ਹੈ, ਬਸ ਉਹ ਗੁਰਦੁਆਰੇ ਆਉਂਦਾ ਹੈ, ਬਦਲੇ 'ਚ ਉਹਦੀ ਕੋਈ ਮੰਗ ਨਹੀਂ। ਉਹਦੀ ਬੰਦਗੀ ਪ੍ਰਵਾਨ, ਉਹਦੀ ਕੀਤੀ ਹੋਈ ਭਜਨ ਸਿਮਰਨ ਬੰਦਗੀ ਇਬਾਦਤ ਕਬੂਲ ਹੈ, ਦੂਜਿਆਂ ਦਾ ਵਪਾਰ ਹੈ। ਗੱਲ ਨੂੰ ਤੁਸੀਂ ਬਹੁਤ ਡੂੰਘੇ ਵਿੱਚ ਸਮਝਣਾ, ਆਪ ਸੋਚਣਾ, ਆਪ ਫੈਸਲਾ ਕਰਨਾ ਕਿ ਅਸੀਂ ਗੁਰੂ ਨਾਲ ਸੌਦੇਬਾਜ਼ੀ ਵਪਾਰ ਕਰਨਾ ਹੈ ਜਾਂ ਪਿਆਰ ਕਰਨਾ ਹੈ। ਵਪਾਰ ਵਿੱਚ ਕਦੇ ਵੀ ਪਿਆਰ ਨਹੀਂ ਹੁੰਦਾ, ਪਿਆਰ ਦੇ ਵਿੱਚ ਕਦੇ ਵੀ ਵਪਾਰ ਨਹੀਂ ਹੁੰਦਾ। ਇਹ ਗਿਣ ਕੇ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ। ਇੱਕ ਗਵਾਲਣ ਸੀ, ਕਹਾਣੀ ਬਹੁਤ ਸੋਹਣੀ ਆ, ਸਮਝੋਗੇ ਇਦੋਂ ਵੱਧ ਸਮਝ ਜਾਓਗੇ ਇਹਦੇ ਨਾਲ। ਇੱਕ ਗਵਾਲਣ ਸੀ ਤੇ ਦੁੱਧ ਵੇਚਣ ਦਾ ਉਹ ਕੰਮ ਕਰਦੀ ਸੀਗੀ। ਪਿੰਡ ਦੇ ਲੋਕ ਉੱਥੇ ਆਉਂਦੇ, ਉਦੋਂ ਦੁੱਧ ਖਰੀਦਦੇ, ਬਾਕੀਆਂ ਨੂੰ ਉਹ ਤੋਲ ਕੇ ਬਰਤਨ ਰੱਖਿਆ ਸੀ, ਮਿਣ ਕੇ ਦੁੱਧ ਪਾਉਂਦੀ ਆ। ਇੱਕ ਨੌਜਵਾਨ ਆਉਂਦਾ ਹੈ ਪਰ ਉਹਨੂੰ ਬਿਨਾਂ ਤੋਲਿਆ ਹੀ ਬਹੁਤ, ਕੋਈ ਵੀ ਉਹਨੇ ਬਰਤਨ ਨਹੀਂ ਦੇਖਿਆ, ਅੱਖਾਂ ਮੀਚ ਕੇ ਇੱਕਦਮ ਪਾ ਦਿੱਤਾ। ਫਕੀਰ ਸੀ ਇੱਕ ਉੱਥੇ ਕਤਾਰ ਵਿੱਚ ਖੜਾ, ਉਹ ਕਹਿੰਦਾ ਮੈਂ ਵੀ ਉਹ ਦੁੱਧ ਖਰੀਦਣ ਵਾਸਤੇ ਆਇਆ ਸੀ ਗਵਾਲਣ ਤੋਂ। ਮੈਂ ਪੁੱਛਿਆ ਨੇੜੇ ਹੋ ਕੇ ਉਸ ਇਸਤਰੀ ਨੂੰ ਕਿ ਬਾਕੀਆਂ ਨੂੰ ਤੋਲ ਕੇ ਮਿਣ ਕੇ, ਇੱਧਰ ਨੌਜਵਾਨ ਜਿਹੜਾ ਆਇਆ ਤੇ ਉਹਨੂੰ ਫਿਰ ਬਿਨਾਂ ਮਿਣਿਆ, ਅੱਖਾਂ ਮੀਚ ਗਈ, ਖੁੱਲ੍ਹੇ ਆਮ, ਕੋਈ ਤੋਲ ਮੋਲ ਨਹੀਂ। ਉਹ ਕਹਿਣ ਲੱਗੀ ਬਾਬਾ, ਉਹਨੇ ਫਿਰ ਆਖਿਆ, ਫਕੀਰ ਦੀ ਗਾਥਾ ਆਪਣੀ ਹੱਡ ਬੀਤੀ ਆ, ਕਿ ਜਿੱਥੇ ਇਸ਼ਕ ਹੋਵੇ ਉੱਥੇ ਤੋਲ ਮੋਲ ਨਹੀਂ ਕੀਤੇ ਜਾਂਦੇ, ਉੱਥੇ ਵਪਾਰ ਨਹੀਂ ਹੋ ਸਕਦਾ। ਜਿੱਥੇ ਵਪਾਰ ਹੋਵੇ ਉੱਥੇ ਇਸ਼ਕ ਨਹੀਂ ਹੋ ਸਕਦਾ, ਜਿੱਥੇ ਇਸ਼ਕ ਹੋਵੇ ਉੱਥੇ ਵਪਾਰ ਨਹੀਂ ਹੋ ਸਕਦਾ। ਉਹ ਫਕੀਰ ਕਹਿੰਦਾ ਮੈਂ ਗਸ਼ ਖਾ ਕੇ ਉੱਥੇ ਡਿੱਗ ਪਿਆ, ਬੇਹੋਸ਼ ਹੋ ਗਿਆ। ਗੱਲ ਉਹਨੇ ਦੁਨਿਆਵੀ ਇਸ਼ਕ ਦੀ ਕੀਤੀ, ਮੇਰੀ ਸੁਰਤ ਰੱਬ ਨਾਲ ਜੁੜ ਗਈ। ਗੱਲ ਉਹਨੇ ਦੁਨਿਆਵੀ ਇਸ਼ਕ ਦੀ ਕੀਤੀ ਆ, ਸੁਰਤ ਮੇਰੀ ਵਾਹਿਗੁਰੂ ਨਾਲ, ਅੱਲਾ ਨਾਲ ਜੁੜ ਗਈ। ਕਿਉਂ ਜੁੜ ਗਈ? ਕਿ ਮੈਂ ਤਾਂ ਗਿਣ ਕੇ ਮਾਲਾ ਪੜ੍ਹਦਾ, ਜਪਦਾ, ਮੈਂ ਤਾਂ ਗਿਣਦਾ ਰਹਿਣਾ, ਇੰਨੀਆਂ ਮਾਲਾ ਕਰਤੀਆਂ। ਉਹ ਘਰੇ ਆਇਆ, ਫਿਰ ਬੇਹੋਸ਼ ਹੋਇਆ, ਲੋਕਾਂ ਨੇ ਪਾਣੀ ਪਿਲਾਇਆ, ਉੱਠਿਆ, ਘਰ ਵਿੱਚ ਆ ਕੇ ਜਿਹੜੀ ਮਾਲਾ ਰੱਖੀ ਸੀ ਉਹ ਪਾਸੇ ਕਰ ਦਿੱਤੀ। ਕਹਿਣ ਲੱਗਾ ਜੇ ਵਾਹਿਗੁਰੂ ਅੱਲਾ ਦੇ ਨਾਲ ਇਸ਼ਕ ਬਣਾਉਣਾ ਤੇ ਗਿਣਨਾ ਮਿਣਨਾ ਛੱਡਣਾ ਪਵੇਗਾ। ਇੰਨੇ ਪਾਠ ਕਰਤੇ, ਇੰਨੀਆਂ ਬਾਣੀਆਂ ਪੜ੍ਹਤੀਆਂ। ਇੱਕ ਦੁਨਿਆਵੀ ਔਰਤ ਕਹਿ ਰਹੀ ਆ ਕਿ ਮੇਰਾ ਜਿਹਦੇ ਨਾਲ ਇਸ਼ਕ ਆ, ਮੈਂ ਉੱਥੇ ਤੋਲ ਮੋਲ ਨਹੀਂ ਕਰਦੀ, ਮੇਰਾ ਤਾਂ ਇਸ਼ਕ ਵੀ ਹਕੀਕੀ ਆ, ਮਜਾਜੀ ਨਹੀਂ ਹੈਗਾ, ਰੱਬੀ ਇਸ਼ਕ ਆ ਮੇਰਾ, ਤੇ ਮੈਂ ਕਿਉਂ ਗਿਣ ਰਿਹਾ? ਮਾਲਾ ਵੀ ਨੀਆਂ ਫੇਰਤੀਆਂ, ਅੱਜ ਤੋਂ ਬਾਅਦ ਗਿਣਤੀਆਂ ਬੰਦ, ਅੱਜ ਤੋਂ ਬਾਅਦ ਮਾਲਾ ਦੀ ਗਿਣਤੀ, ਤਸਬੀਹ ਦੀ ਗਿਣਤੀ ਬੰਦ, ਨਮਾਜ਼ਾਂ ਦੀ ਗਿਣਤੀ ਬੰਦ, ਸਿਰਫ ਜਪਣਾ ਹੀ ਆ। ਇਹਨੂੰ ਬੰਦਗੀ ਕਹਿੰਦੇ ਆ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ।
ਕੋਈ ਵੀ ਇੱਛਾ ਰੱਖ ਕੇ ਗੁਰਦੁਆਰੇ ਆ ਕੇ ਸੇਵਾ ਕਰਨੀ ਠੀਕ ਨਹੀਂ ਹੈਗੀ ਗੁਰੂ ਦੀ ਨਿਗਾਹ ਦੇ ਵਿੱਚ। ਤੁਸੀਂ ਜਿਵੇਂ ਇਹਨੂੰ ਮਰਜ਼ੀ ਸਮਝ ਲਓ। ਮੈਂ ਆਖਿਆ ਵੀ ਤੁਹਾਡਾ ਹਿਰਦਾ ਕਿੱਡਾ ਕਾ ਇਹ ਗੱਲ ਨੂੰ ਸਮਝਣ ਲਈ ਤੁਸੀਂ ਸਮਝੋਗੇ। ਬਸ ਅਸੀਂ ਗੁਰੂ ਦੁਆਰੇ ਆਉਣਾ ਹੈ, ਇਹ ਗੱਲ ਨੂੰ ਇਵੇਂ ਵੀ ਸਮਝ ਲਓ। ਕੇਸ ਰੱਖਣ ਦੇ ਵੈਸੇ ਬਹੁਤ ਫਾਇਦੇ ਆ, ਸਾਇੰਟੀਫਿਕ ਜਿਹੜੇ ਫਾਇਦੇ ਆ, ਵਿਗਿਆਨਕ ਤੌਰ 'ਤੇ ਬਹੁਤ ਜ਼ਿਆਦਾ ਫਾਇਦੇ ਆ ਕੇਸ ਰੱਖਣ ਦੇ। ਜਦੋਂ ਤੁਸੀਂ ਵਿਗਿਆਨ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਫਾਇਦੇ ਆ ਕੇਸ ਰੱਖਣ ਦੇ। ਪਰ ਅਸੀਂ ਕੇਸ ਇਸ ਕਰਕੇ ਨਹੀਂ ਰੱਖੇ ਕਿ ਵਿਗਿਆਨੀ ਕਹਿੰਦੇ ਆ ਵੀ ਇਹਦੇ ਆਹ ਫਾਇਦੇ ਆ, ਆਹ ਫਾਇਦੇ ਆ। ਅਸੀਂ ਕੇਸ ਤਾਂ ਰੱਖੇ ਆ, ਇਹ ਸਾਡੇ ਗੁਰੂ ਨੇ ਕਿਹਾ। ਬਸ ਜੋ ਗੁਰੂ ਕਹਿ ਦੂਗਾ ਉਹਨੂੰ ਅਸੀਂ ਮੰਨਣਾ ਹੀ ਆ। ਜੇ ਅਸੀਂ ਇਹ ਸੋਚਾਂਗੇ ਵਿਗਿਆਨੀਆਂ ਨੇ ਇਹਦੇ ਫਾਇਦੇ ਦੱਸੇ ਆ ਕੇਸ ਰੱਖਣ ਦੇ ਤਾਂ ਖਣੀ ਸਿੱਖ ਕੇਸ ਰੱਖਦੇ ਆ, ਨਾ ਨਾ ਨਾ। ਸਿੱਖਾਂ ਨੇ ਕੇਸ ਸਿਰਫ ਤਾਂ ਰੱਖੇ ਆ, ਉਹ ਆਸ਼ਿਕ ਆਪਣੇ ਗੁਰੂ ਦੇ, ਜੋ ਗੁਰੂ ਕਹਿੰਦਾ ਉਹਦੀ ਗੱਲ ਮੰਨ ਲੈਂਦੇ ਆ। ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਸਿੱਖ ਦੇ ਵਿੱਚ। ਤੇ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੁਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਜਿਹੜਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਲੱਗ ਜਾਵੇ ਬਿਨਾਂ ਕਿਸੇ ਇੱਛਾ ਤੋਂ, ਆਸਾ ਵਿੱਚ ਅਤ ਦੁੱਖ ਘਣਾ। ਇੱਛਾ ਦੇ ਵਿੱਚ ਤਾਂ ਦੁੱਖ ਆ, ਪੂਰੀ ਹੋਣੀ ਆ, ਹੋ ਵੀ ਸਕਦੀ ਆ, ਨਹੀਂ ਵੀ ਹੋ ਸਕਦੀ। ਇੱਛਾ ਜਿਹੜੀ ਆਪਾਂ ਰੱਖ ਕੇ ਬਾਣੀ ਪੜ੍ਹਦੇ ਹਾਂ, ਵਾਹਿਗੁਰੂ ਇਹ ਕਰੂੰਗਾ, ਗੁਰਦੁਆਰੇ ਆਊਂਗਾ, ਇੱਛਾ ਪੂਰੀ ਕਰਦੇ, ਹੋ ਵੀ ਸਕਦੀ ਆ, ਨਹੀਂ ਵੀ ਹੋ ਸਕਦੀ। ਨਹੀਂ ਹੋਈ ਤਾਂ ਤੁਸੀਂ ਦੁਖੀ ਹੋ ਜਾਓਗੇ, ਹੋ ਗਈ ਤੇ ਫਿਰ ਗਾਂ ਨੂੰ ਫਿਰ ਤੁਸੀਂ ਕਹਿਣਾ ਇੱਕ ਹੋਰ ਮੇਰੀ ਪੂਰੀ ਕਰ ਦੇ, ਹੋਰ ਮੇਰੀ ਪੂਰੀ ਕਰ ਦੇ ਇੱਛਾ। ਇਹ ਹੋ ਜਾਊਗਾ। ਆਸਾ ਵਿੱਚ ਅਤ ਦੁੱਖ ਘਣਾ, ਮਨ ਮੁਖ ਚਿਤ ਲਾਇਆ। ਗੁਰਮੁਖ ਭਏ ਨਿਰਾਸ਼, ਸੁਖ ਫਲ ਪਾਇਆ। ਗੁਰਮੁਖ ਕਦੇ ਵੀ ਕੋਈ ਇੱਛਾ ਰੱਖ ਕੇ ਬੰਦਗੀ ਨਹੀਂ ਕਰਦੇ। ਬਸ ਇਹ ਸਮਝ ਲਓ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਇੱਕ ਫਕੀਰ ਦੀ ਮੈਂ ਗਾਥਾ ਪੜ੍ਹ ਰਿਹਾ ਸੀ, ਬੜੀ ਉਹਨੇ ਬੰਦਗੀ ਕੀਤੀ, ਦੇਵਤੇ ਫਰਿਸ਼ਤੇ ਪ੍ਰਗਟ ਹੋ ਗਏ। ਇੱਦਾਂ ਦੇਵਤੇ ਹੁੰਦੇ, ਫਰਿਸ਼ਤੇ ਹੁੰਦੇ ਆ, ਏਂਜਲ ਹੁੰਦੇ ਆ, ਉਹ ਆ ਗਏ ਉੱਥੇ ਇਕੱਠੇ ਹੋ ਕੇ। ਕਹਿਣ ਲੱਗੇ ਜੀ ਮੰਗੋ ਜੋ ਮੰਗਦੇ ਆ। ਕਹਿਣ ਲੱਗਾ ਤੁਸੀਂ ਦੇ ਨਹੀਂ ਸਕੋਗੇ। ਫਰਿਸ਼ਤਿਆਂ ਨੂੰ ਆਖਿਆ ਤੁਸੀਂ ਦੇ ਨਹੀਂ ਸਕੋਗੇ ਜੋ ਮੈਂ ਮੰਗਾਂਗਾ। ਦੇਵਤੇ ਕਹਿੰਦੇ ਸਜ਼ਾ ਪਹਿਲਾਂ ਹੀ ਸੁਣਾ ਦਿੱਤੀ, ਸਜ਼ਾ ਪਹਿਲਾਂ ਹੀ ਸੁਣਾ ਦਿੱਤੀ, ਸਾਡੇ ਕਰਮ ਨਹੀਂ ਦੇਖੇ। ਤੂੰ ਮੰਗ ਤਾਂ ਸਹੀ, ਤੂੰ ਮੰਗ ਤਾਂ ਸਹੀ ਕੁਝ, ਫਿਰ ਕਹੀਂ ਵੀ ਅਸੀਂ ਦੇ ਸਕਦੇ ਹਾਂ ਕਿ ਨਹੀਂ ਦੇ ਸਕਦੇ। ਤੂੰ ਮੰਗ, ਇੱਕ ਵਾਰ ਮੰਗ ਕੇ ਤਾਂ ਵੇਖ। ਕਹਿਣ ਲੱਗਾ ਫਿਰ ਇਉਂ ਕਰੋ, ਮੇਰੀ ਇਹ ਮੰਗ ਆ, ਮੇਰੀ ਕੋਈ ਮੰਗ ਨਾ ਰਹੇ। ਫਕੀਰ ਨੇ ਮੰਗਿਆ, ਮੇਰੀ ਇਹ ਮੰਗ ਹੈ, ਮੇਰੇ ਅੰਦਰ ਕੋਈ ਵੀ ਮੰਗ ਨਾ ਰਹੇ। ਕਹਾਣੀ ਕਹਿੰਦੀ ਆ ਦੇਵਤੇ ਉੱਥੋਂ ਚਲੇ ਗਏ, ਕੁਝ ਨਹੀਂ ਬੋਲੇ, ਦੇ ਨਹੀਂ ਸਕਦੇ ਸੀ ਉਹ ਚੀਜ਼। ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗਮ ਅਪਾਰਾ। ਬੰਦੇ ਦੀ ਇੱਛਾ ਖਤਮ ਹੋ ਜੇ, ਰੱਬ ਤੋਂ ਬਿਨਾਂ ਦੱਸੋ ਕੌਣ ਕਰ ਸਕਦਾ? ਦੇਵਤੇ ਨਹੀਂ ਕਰ ਸਕਦੇ, ਫਰਿਸ਼ਤੇ ਨਹੀਂ ਕਰ ਸਕਦੇ। ਇਹ ਗੱਲ ਤਾਂ ਇਹਦਾ ਗੁਰੂ ਕਰ ਸਕਦਾ। ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗਮ ਅਪਾਰਾ। ਉਮਰੇ ਦਰਾਜ ਮਾਂਗ ਕਰ ਲਾਏ ਥੇ 4 दिन, ਕੁਝ ਆਰਜੂ में कट गई कुछ इंतजार में। कितना बदनसीब है जफर दफन के लिए, 2 गज जमीन मिली गुए यार में। ਉਮਰੇ ਦਰਾਜ ਮੰਗ ਕਰ ਲਾਏ ਥੇ 4 दिन, 4 ਦਿਨਾਂ ਦੀ ਬੰਦੇ ਦੀ ਜ਼ਿੰਦਗੀ ਹੁੰਦੀ ਆ। 2 ਆਰਜੂ ਮੇ ਕੱਟ ਗਈ, 2 ਇੰਤਜ਼ਾਰ ਮੇ। 2 ਇਸ਼ਾਵਾਂ ਬਣਾਉਂਦਿਆਂ ਦੀਆਂ, ਸੁਪਨੇ ਸਜਾਉਂਦਿਆਂ ਦੀਆਂ। ਇਹ 2 ਦਿਨ ਐਵੇਂ ਲੰਘ ਗਏ, 2 ਦਿਨ ਉਡੀਕਦਿਆਂ ਨੂੰ ਲੰਘ ਗਏ ਕਿ ਅੱਜ ਪੂਰੇ ਹੋਣਗੇ, ਕੱਲ੍ਹ ਪੂਰੇ ਹੋਣਗੇ। ਇਸ਼ਾਵਾਂ ਜਨਮ ਮਰਨ ਵੱਲ ਧੱਕ ਦਿੰਦੀਆਂ ਬੰਦੇ ਨੂੰ, ਇਸ਼ਾਵਾਂ, ਆਸਾ। ਗੁਰੂ ਸਾਹਿਬ ਜੀ ਕਹਿੰਦੇ ਸਿੱਖ ਨਹੀਂ ਆਸ ਰੱਖਦਾ, ਨਾ ਕਰ ਆਸ ਮੀਤ ਸੁੱਤ ਭਾਈ,
किसे ते आस न रख, ना कर आस किसै सा, व्यवहार की पराई। किसे ते भी आस न रख बंदिया, कर ले नेक कमाई बंदिया, कर ले नेक कमाई। ना कोई संगी साथी इत्थे, ना कोई भैन ना भाई, कर ले नेक कमाई बंदिया, कर ले नेक कमाई। गुरु नानक साहब जी सुल्तानपुर मोदी ਦੀ ਕਾਰ ਕਰ ਰਹੇ ਨੇ। ਉਹਨਾਂ ਦੇ ਪਿਆਰੇ ਅਨੰਨ ਪਿਆਰੇ, ਬਹੁਤ ਪਿਆਰੇ, ਜਿਨ੍ਹਾਂ ਦੀ ਰਬਾਬ ਵਿੱਚ ਜਾਦੂ ਆ, ਉਹ ਆਏ ਚੱਲ ਕੇ ਉੱਥੇ ਸੁਲਤਾਨਪੁਰ। ਗੁਰੂ ਨਾਨਕ ਜੀ ਨੇ ਦੇਖਿਆ ਇਹ ਤਾਂ ਭਾਈ ਮਰਦਾਨਾ ਜੀ ਆਏ। ਉੱਠ ਕੇ ਖੜੇ ਹੋ ਗਏ, ਗਲਵੱਕੜੀ 'ਚ ਲਿਆ, ਬੜਾ ਹੀ ਪਿਆਰ ਕੀਤਾ। ਸੁੱਖ ਸਾਂਦ ਪੁੱਛੀ ਤਲਵੰਡੀ ਦੀ, ਨਨਕਾਣਾ ਸਾਹਿਬ ਦੀ। ਕਹਿਣ ਲੱਗੇ ਸਭ ਰਾਜੀ ਆ, ਰਾਏ ਬਲਾਰ ਦਾ ਕੀ ਹਾਲ ਆ? ਚੜ੍ਹਦੀ ਕਲਾ ਜੀ। ਤੁਹਾਡੇ ਪਰਿਵਾਰ ਦਾ ਕੀ ਹਾਲ? ਸਭ ਠੀਕ। ਕਹਿਣ ਲੱਗੇ ਫਿਰ ਇੱਥੇ ਕਿਵੇਂ ਅੱਜ ਆਉਣਾ ਹੋਇਆ? ਕਿਹਾ ਸੀ ਬਾਬਾ, ਜਦੋਂ ਦਾ ਤੁਸਾਂ ਆਖਿਆ ਨਾ ਕਿਸੇ ਦੇ ਅੱਗੇ ਹੱਥ ਨਾ ਅੱਡੀ, ਸੱਚ ਜਾਣੀ ਕਿਸੇ ਦੇ ਅੱਗੇ ਹੱਥ ਨਹੀਂ ਅੱਡਿਆ। ਜਜਮਾਨਾਂ ਦੇ ਘਰੇ ਜਾ ਕੇ ਗਾਉਣਾ, ਜਜਮਾਨਾਂ ਦੇ ਘਰੇ ਜਾ ਕੇ ਗਾਉਣਾ, ਪੈਸੇ ਮੰਗਣੇ, ਰਬਾਬ ਵਜਾਉਣੀ, ਇਹ ਬੰਦ ਕਰਤਾ। ਜਿੱਦਣ ਦਾ ਤੁਸਾਂ ਆਖਿਆ ਸੀ, ਉਹੀ ਗੱਲ ਨਾ, ਬਸ ਤੁਸਾਂ ਆਖਿਆ ਤੇ ਅਸੀਂ ਛੱਡਤਾ। ਕੇਸ ਅਸੀਂ ਤਾਂ ਨਹੀਂ ਰੱਖੇ ਕਿ ਵਿਗਿਆਨ ਕਹਿੰਦਾ ਵੀ ਇਹਦੇ ਇਹ ਫਾਇਦੇ ਆ। ਕੇਸ ਅਸੀਂ ਤਾਂ ਨਹੀਂ ਰੱਖਦੇ, ਸਿੱਖਾਂ ਅਸੀਂ, ਸਾਡੇ ਗੁਰੂ ਨੇ ਕਿਹਾ, ਗੁਰੂ ਸਾਹਿਬ ਨੇ ਕਹਿਤਾ ਤੇ ਅਸੀਂ ਰੱਖੇ ਆ। ਵਿਗਿਆਨੀਆਂ ਦੇ ਕਹਿਣ ਤੇ ਨਹੀਂ ਰੱਖੇ ਵੀ ਵਿਗਿਆਨੀਆਂ ਨੇ ਫਾਇਦਾ ਕਿਹਾ ਸੀ ਕੇਸਾਂ ਦਾ, ਵੀ ਕੇਸ ਰੱਖੋ। ਗੁਰੂ ਸਾਹਿਬ ਜੀ ਜੋ ਕਹਿੰਦੇ ਆ ਇਹ ਚੀਜ਼ਾਂ ਨਾ ਕਰੋ, ਉਹ ਅਸੀਂ ਤਾਂ ਕੀਤੀਆਂ, ਉਹ ਸਾਡਾ ਗੁਰੂ ਕਹਿੰਦਾ ਹੈ। ਜਿੱਦਣ ਦਾ ਤੁਸਾਂ ਕਿਹਾ ਬਾਬਾ ਜੀ ਨਾਨਕ ਜੀ ਕਿ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ, ਉਦਣ ਦਾ ਮੈਂ ਕਿਸੇ ਦੇ ਅੱਗੇ ਹੱਥ ਨਹੀਂ ਅੱਡਿਆ। ਪਰ ਹੁਣ ਘਰ ਵਿੱਚ ਧੀ ਦਾ ਵਿਆਹ, ਭਾਈ ਮਰਦਾਨਾ ਜੀ, ਪਰ ਹੁਣ ਘਰ ਵਿੱਚ ਧੀ ਦਾ ਵਿਆਹ, ਬਾਕੀ ਕਾਰਜ ਹੋ ਰਹੇ ਆ, ਰੋਟੀ ਪੱਕ ਰਹੀ ਆ, ਸਭ ਠੀਕ, ਪਰ ਉਹਦੇ ਲਈ ਮੈਂ ਹੁਣ ਕੀ ਤੋਂ ਮੰਗਾਂ? ਤੁਹਾਡੇ ਤੋਂ ਹੀ ਮੰਗਾਂ। ਤਾਂ ਮੈਂ ਤਲਵੰਡੀ ਤੋਂ, ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਆਇਆ ਇੱਥੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਸ ਕਾ ਕਾਰਜ ਤਿਨਿ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਭਾਈ ਮਰਦਾਨਾ ਜੀ, ਇਹ ਵਾਹਿਗੁਰੂ ਦਾ ਕਾਰਜ ਹੈ। ਤੁਹਾਡੀ ਧੀ ਜਿਹੜੀ ਹੈ ਉਹ ਸਾਡੀ ਧੀ ਹੈ, ਉਹਦਾ ਕਾਰਜ ਚੜ੍ਹਦੀ ਕਲਾ ਵਿੱਚ ਹੋਵੇਗਾ। ਵਾਹਿਗੁਰੂ ਜੀ ਮਿਹਰ ਕਰਨਗੇ। ਗੁਣ ਨਿਧਾਨ ਗੁਣ ਤਿਨਿ ਹੀ ਗਾਏ, ਜਾ ਕੋ ਕਿਰਪਾ ਧਾਰੀ। ਕਿਉਂਕਿ ਭਾਈ ਮਰਦਾਨਾ ਜੀ ਨੇ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਅੱਜ ਤੋਂ ਬਾਅਦ ਲੋਕਾਂ ਲਈ ਨਾ ਗਾਇਓ, ਜੇ ਗਾਉਣਾ ਵਾਹਿਗੁਰੂ ਦੇ ਪਿਆਰ 'ਚ ਗਾਇਓ, ਕੋਈ ਇੱਛਾ ਰੱਖ ਕੇ ਨਾ ਗਾਇਓ। ਤੁਸੀਂ ਗਾਉਂਦੇ ਹੋ ਲੋਕਾਂ ਦੇ ਘਰੇ ਜਾ ਕੇ, ਇਹ ਰਬਾਬ ਵਜਾਊਂਗਾ, ਕੁਝ ਗਾਊਂਗਾ, ਲੋਕ ਮੈਨੂੰ ਪੈਸੇ ਦੇਣਗੇ, ਇੱਛਾ ਉਹਦੇ ਵਿੱਚ ਇੱਛਾ ਪਈ ਆ, ਮੈਂ ਗਾਊਂਗਾ ਪੈਸੇ ਦੇਣਗੇ, ਆਸ ਪਈ ਆ। ਨਾ, ਆਸ ਰੱਖ ਕੇ ਨਹੀਂ ਆਪਾਂ ਕੁਝ ਗਾਉਣਾ, ਇੱਛਾ ਰੱਖ ਕੇ ਨਹੀਂ ਕੁਝ ਗਾਉਣਾ, ਬਸ ਗਾਉਣਾ ਹੈ। ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ, ਬਾਣੀ ਆਈ ਹੈ, ਬਸ ਗਾਉਣਾ ਵਾ। ਆਸ ਰੱਖ ਕੇ ਨਹੀਂ ਗਾਉਣਾ ਕਿ ਮੈਂ ਇੰਨੀ ਰਬਾਬ ਵਜਾਊਂਗਾ, ਇੰਨੇ ਘੰਟੇ ਤੂੰ ਮੈਨੂੰ ਬਦਲੇ 'ਚ ਆ ਦਵੀਂ। ਨਾ ਨਾ ਨਾ, ਇਹ ਤਾਂ ਵਪਾਰ ਆ, ਇਹ ਤਾਂ ਕਰਨਾ ਹੀ ਨਹੀਂ, ਬਸ ਗਾਉਣਾ ਹੀ ਆ, ਬਸ ਉਹਦੇ ਪਿਆਰ ਵਿੱਚ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇੱਛਾ ਰੱਖ ਕੇ ਕੀਤਾ ਹੋਇਆ ਪਾਠ ਤੁਹਾਨੂੰ ਉਹ ਦਾਤ ਦਵਾ ਤਾਂ ਸਕਦਾ, ਪਰ ਉਹ ਮਨ ਦਾ ਸਕੂਨ ਨਹੀਂ ਦਵਾ ਸਕਦਾ ਹੈਗਾ। ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ। ਗੁਰਮੁਖ ਭਏ ਨਿਰਾਸ਼, ਸੁਖ ਫਲ ਪਾਇਆ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਉਹ ਬੰਦੇ ਦਾ ਜਨਮ ਧਨ ਹੈ, ਧਨ ਹੈ ਜਿਹੜਾ ਕਿ ਇੱਛਾ ਤੋਂ ਬਿਨਾਂ ਬੰਦਗੀ ਕਰਨ ਲੱਗ ਜਾਵੇ। ਉਹ ਬੰਦਾ ਧਨ ਹੈ ਜਿਹੜਾ ਕਿਸੇ ਇੱਛਾ ਤੋਂ ਬਿਨਾਂ ਗੁਰੂ ਘਰੇ ਆਉਣ ਲੱਗ ਜਾਵੇ। ਉਹ ਬੰਦਾ ਧਨ ਹੈ, ਕੋਈ ਇੱਛਾ ਨਹੀਂ, ਕੋਈ ਵੀ ਮੰਗ ਨਹੀਂ, ਬਿਨਾਂ ਮੰਗ ਤੋਂ ਸਿਮਰਨ ਕਰਨ ਲੱਗ ਜਾਵੇ। ਆਪਾਂ ਕਹਿੰਦੇ ਇੰਨਾ ਸਿਮਰਨ ਕਰੂੰ, ਆਹ ਦੇ
ਸ਼ਰਤ ਪਈ ਆ ਵਿੱਚ ਹਜੇ। ਸ਼ਰਤ ਪਿਆਰ ਨਹੀਂ ਹੁੰਦਾ, ਵਪਾਰ ਹੁੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ, ਭਾਈ ਮਰਦਾਨਾ ਜੀ, ਲੋਕਾਂ ਦੇ ਘਰੇ ਤੁਸੀਂ ਮੰਗਣ ਨਹੀਂ ਜਾਣਾ, ਗੁਰੂ ਸਾਹਿਬ ਕਿਰਪਾ ਕਰਨਗੇ। ਧੀ ਦਾ ਵਿਆਹ ਤੇ ਭਾਈ ਭਗੀਰਥ ਜੀ ਨੂੰ ਬੁਲਾਇਆ, ਜਿਹੜੇ ਪਿੰਡ ਦੇ ਚੌਧਰੀ ਸੀਗੇ, ਮਲਸੀਆਂ ਪਿੰਡ ਦੇ, ਜਿਹੜੇ ਪਹਿਲਾਂ ਕਾਲੀ ਨੂੰ ਮੰਨਦੇ ਸੀ, ਉਹ ਮਾਤਾ ਨੂੰ ਮੰਨਦੇ ਸੀ, ਫਿਰ ਸਿੱਖ ਬਣ ਗਏ ਸੀ, ਪਹਿਲਾਂ ਤੁਸੀਂ ਸੁਣਿਆ। ਉਹਨਾਂ ਨੂੰ ਕਹਿਣ ਲੱਗੇ, ਲਾਹੌਰ ਜਾਓ, ਇੱਕ ਲਿਸਟ ਬਣਾਓ, ਧੀ ਦੇ ਵਿਆਹ ਲਈ, ਇੱਕ ਬੱਚੀ ਦੇ ਵਿਆਹ ਲਈ ਕਿਹੜਾ ਕਿਹੜਾ ਸਮਾਨ ਚਾਹੀਦਾ, ਉਹਦੀ ਲਿਸਟ ਤਿਆਰ ਕਰੋ, ਲਾਹੌਰ ਜਾਓ, ਉੱਥੇ ਰਾਤ ਨਹੀਂ ਰਹਿਣਾ ਹੈਗਾ, ਅਤੇ ਉਹ ਸਾਜੋ ਸਮਾਨ ਲੈ ਕੇ ਇੱਥੇ ਆ ਜਾਓ। ਆਪਾਂ ਭਾਈ ਮਰਦਾਨਾ ਜੀ ਦੀ ਜੋ ਬੇਟੀ ਆ, ਆਪਣੀ ਬੇਟੀ ਆ, ਉਹਦੀ ਸ਼ਾਦੀ ਕਰਨੀ ਆ। ਇਹ ਬਾਬੇ ਨੇ ਆਖਿਆ ਸੀ। ਤਾਂ ਅੱਗੇ ਤੁਸੀਂ ਸਰਵਣ ਕਰੋਗੇ ਉਹ ਕਿਵੇਂ ਫਿਰ ਗਏ ਸੀ ਭਾਈ ਭਗੀਰਥ ਜੀ, ਅਤੇ ਭਾਈ ਮਨਸੁਖ ਦੇ ਨਾਲ ਕਿਵੇਂ ਉੱਥੇ ਮਿਲਾਪ ਹੁੰਦਾ। ਤਾਂ ਗੁਰੂ ਪਿਆਰਿਓ, ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ ਭਾਈ ਰਿਹਾ ਨਾ ਬੰਦ। ਜਿਹੜੇ ਬੰਦੇ ਸਿਰਫ ਪਰਿਵਾਰ ਨੂੰ ਪਾਲਦੇ ਆ, ਹਰੀ ਦੇ ਸਿਮਰਨ ਨੂੰ ਛੱਡ ਦਿੰਦੇ ਆ, ਉਹਨਾਂ ਨੂੰ ਸੋਨੇ ਦੀ ਜਿਹੜੀ ਦੇਹ ਆ, ਸੋਨੇ ਵਰਗੀ ਦੇਹ ਆ ਸਰੀਰ ਮਿਲਿਆ, ਇਹ ਭੰਗ ਦੇ ਭਾਣੇ ਗਵਾਚ ਜਾਂਦਾ। ਇਵੇਂ ਜਿਵੇਂ ਆਟੇ ਵਿੱਚ ਲੂਣ, ਜਿਹੜੇ ਸਿਮਰਨ ਨਹੀਂ ਕਰਦੇ ਹੈਗੇ, ਉਹਨਾਂ ਨੂੰ ਆ ਜਿਹੜੀ ਸੋਨੇ ਦੀ ਦੇਹ ਮਿਲੀ ਆ, ਜਿਹੜੇ ਗੁਰੂ ਨੂੰ ਪਿਆਰ ਨਹੀਂ ਕਰਦੇ, ਤਬਾਹ ਹੋ ਜਾਂਦੀ ਆ। ਗੁਰੂ ਸਾਹਿਬ ਕਿਰਪਾ ਕਰਨ। ਅੱਜ ਦੇ ਦੀਵਾਨ 'ਚ ਇਤਨਾ ਹੀ। ਬਾਬੇ ਨਾਨਕ ਦੀ ਸ਼ਾਨ, ਭਾਈ ਮਰਦਾਨਾ ਜੀ ਦੀ ਸ਼ਾਨ ਬਹੁਤ ਉੱਚੀ ਹੈ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ, ਸਮਤ ਬਖਸ਼ੋ। ਆਓ ਚੌਂਕੜਾ ਮਾਰ ਕੇ 2 ਮਿੰਟ ਪਿਆਰ ਦੇ ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੂੰ ਠਾਕੁਰ ਤੁਮ ਇਹ ਅਰਦਾਸ।